नूर पाया कुदरत के सब बंदे, एक नूर ते सब जग उपजया, कौन भले कौ मंदे। ਅਕਾਲ ਪੁਰਖ ਦੀ ਸਿਫਤ ਸਲਾਹ ਦੇ ਸਾਡੇ ਖਾਸ ਪ੍ਰੋਗਰਾਮ ਏਕ ਓਂਕਾਰ ਦੇ ਵਿੱਚ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप सब जानते हो कि प्रोग्राम एक ओंकार ਦਾ ਸਾਡਾ ਮਕਸਦ ਹੈ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਦੇ ਜੋ ਰੱਬੀ ਸੁਨੇਹੇ ਨੇ ਸਹੀ ਜੀਵਨ ਜਾਂਚ ਦੇ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਹੋਏ ਉਹਨਾਂ ਨੂੰ ਸਹੀ ਅਰਥਾਂ ਦੇ ਵਿੱਚ ਆਪ ਸਭ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਸਤਿਕਾਰਯੋਗ ਮਹਿਮਾਨਾਂ ਦੇ ਜ਼ਰੀਏ। ਇਸ ਦੇ ਨਾਲ ਸਮੇਂ-ਸਮੇਂ ਤੇ ਸਿੱਖ ਇਤਿਹਾਸ ਦੀ ਮਹਿਮਾ ਕਰਨਾ ਵੀ ਸਾਡਾ ਫਰਜ਼ ਹੈ। ਸਮੇਂ-ਸਮੇਂ ਤੇ ਜੋ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਨੇ ਉਹਨਾਂ ਬਾਰੇ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਕਰਦੇ ਹਾਂ। ਸਿੱਖ ਸਿਧਾਂਤ ਕੀ ਨੇ ਸਾਨੂੰ ਬਖਸ਼ੇ ਹੋਏ ਨਿਆਰੀ ਜੀਵਨ ਜਾਂਚ ਕੀ ਬਖਸ਼ੀ ਹੈ ਉਸ ਬਾਰੇ ਅਸੀਂ ਸਮੇਂ-ਸਮੇਂ ਤੇ ਆਪ ਸਭ ਨਾਲ ਵਿਚਾਰ ਸਾਂਝੇ ਕਰਦੇ ਹਾਂ। ਸੋ ਆਪ ਸਭ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੀ ਰਚੀ ਹੋਈ ਬਹੁਤ ਹੀ ਮਨੋਹਰ ਰਚਨਾ ਆਸਾ ਦੀ ਵਾਰ ਉਸ ਦੀ ਅਸੀਂ ਵਿਆਖਿਆ ਸ਼ੁਰੂ ਕੀਤੀ ਹੋਈ ਹੈ। 7 ਪੌੜੀਆਂ ਦੀ ਵਿਆਖਿਆ ਅਸੀਂ ਕਰ ਚੁੱਕੇ ਹਾਂ ਵੱਖ-ਵੱਖ ਮਹਿਮਾਨਾਂ ਦੇ ਜ਼ਰੀਏ। ਸਾਨੂੰ ਬਹੁਤ ਹੀ ਜੋ ਸੋਹਣੇ ਵਿਚਾਰ ਨੇ ਸੌਖੇ ਤਰੀਕੇ ਨਾਲ ਸਾਡੇ ਮਹਿਮਾਨਾਂ ਨੇ ਦੱਸੇ ਨੇ। ਆਸ ਕਰਦੇ ਹਾਂ ਕਿ ਆਪ ਸਭ ਦੇ ਮਨਾਂ ਦੇ ਵਿੱਚ 7 ਪੌੜੀਆਂ ਦੀ ਜੋ ਵਿਆਖਿਆ ਹੈ ਉਹ ਵਸ ਗਈ ਹੋਏਗੀ ਪੂਰੀ ਤਰ੍ਹਾਂ ਦੇ ਨਾਲ। ਸੋ ਅੱਜ ਸਾਡੇ ਕੋਲ ਖਾਸ ਤੌਰ ਤੇ ਪਹੁੰਚੇ ਹੋਏ ਨੇ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਜੋ ਕਿ ਸਿੱਖ ਵਿਦਵਾਨ ਨੇ। ਗਿਆਨੀ ਜੀ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਸ਼ੁਰੂ ਕਰਦੇ ਹਾਂ ਅੱਜ ਦਾ ਧਰਮ ਵਿਚਾਰ। ਸੋ ਗੁਰੂ ਨਾਨਕ ਪਾਤਸ਼ਾਹ ਦੀ ਰਚੀ ਹੋਈ ਬਾਣੀ ਆਸਾ ਦੀ ਵਾਰ ਜੋ ਕਿ ਅੰਮ੍ਰਿਤ ਵੇਲੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। 24 ਪੌੜੀਆਂ ਨੇ, 59 ਸ਼ਲੋਕ ਨੇ, ਨਾਲ ਗੁਰੂ ਅੰਗਦ ਦੇ ਪਾਤਸ਼ਾਹ ਦੇ ਵੀ ਕੁਝ ਸ਼ਲੋਕ ਇਸ ਮਨੋਹਰ ਰਚਨਾ ਦੇ ਵਿੱਚ ਖੂਬਸੂਰਤ ਰਚਨਾ ਦੇ ਵਿੱਚ ਦਰਜ ਨੇ। ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਦੇ ਹਾਲਾਤ ਨੇ ਜਿਹੜੇ ਸਮਾਜਿਕ, ਧਾਰਮਿਕ, ਰਾਜਨੀਤਿਕ ਜਾਂ ਇੱਕ ਨਿੱਜੀ ਵਿਅਕਤੀ ਦਾ ਕੀ ਜੀਵਨ ਸੀ ਉਹਨਾਂ ਸਾਰਿਆਂ ਦੀ ਇਸ ਦੇ ਵਿੱਚ ਖੁੱਲੇ ਸ਼ਬਦਾਂ ਦੇ ਵਿੱਚ ਵਿਖਿਆਨ ਕੀਤਾ ਹੈ। ਨਾਲ ਹੀ ਨਾਲ ਸਾਨੂੰ ਕਿਸ ਤਰ੍ਹਾਂ ਜ਼ਿੰਦਗੀ ਜਿਉਣੀ ਚਾਹੀਦੀ ਹੈ ਉਸ ਬਾਰੇ ਵੀ ਸਹੀ ਸੁਨੇਹੇ ਸਾਨੂੰ ਦਿੱਤੇ ਨੇ। ਸੋ ਗਿਆਨੀ ਜੀ ਅਸੀਂ 7 ਪੌੜੀਆਂ ਦੀ ਵਿਆਖਿਆ ਕਰ ਚੁੱਕੇ ਸੀ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਸੋ ਅੱਗੇ ਸ਼ਲੋਕ ਆਂਦਾ ਉੱਥੋਂ ਹੀ ਅਸੀਂ ਸ਼ੁਰੂਆਤ ਕਰਾਂਗੇ। ਸ਼ਲੋਕ ਮਹਿਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਅੰਡ ਜੇਰਜ ਉਤਪੁਜਾ ਖਾਣੀ ਸੇਤ ਜਾਹਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾਹਾ ਨਾਨਕ ਜੰਤ ਉਪਾਏ ਕੈ ਸੰਭਾਲੇ ਸਬਨਾ ਜਿਨ ਕਰਤੈ ਕਾਰਨ ਕੀਆ ਚਿੰਤਾ ਪੇ ਕਰਨੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸਵਸਤ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਜੀ ਗਿਆਨੀ ਜੀ ਅੱਗੇ ਪੜ੍ਹ ਲਓ ਸਾਰਾ ਪੂਰਾ ਜੀ। ਉਸ ਤੋਂ ਅੱਗੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਹੈ ਮਹਿਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ ਲੱਖ ਸੁਰਤਨ ਸੰਗਰਾਮ ਰਣ ਰਣ ਮੈਂ ਛੁਟੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਤੇ ਉਸ ਤੋਂ ਬਾਅਦ ਪੌੜੀ ਦੀ ਸ਼ੁਰੂਆਤ ਹੋ ਜਾਂਦੀ ਹੈ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ। ਜੀ ਗਿਆਨੀ ਜੀ ਦਰਅਸਲ ਨਾ ਜਿਵੇਂ ਕਿ ਤੁਸਾਂ ਨੇ ਵਾਰ-ਵਾਰ ਨਾਮ ਲਿਆ ਹੈ ਸਿੱਖ ਜਗਤ ਵਿੱਚ ਜੀ ਨਾਮ ਪ੍ਰਸਿੱਧ ਹੈ। ਤਕਰੀਬਨ ਬਹੁਤੇ ਗੁਰਦੁਆਰਿਆਂ ਦੇ ਵਿੱਚ ਇਸ ਦਾ ਕੀਰਤਨ ਹਰ ਸੁਬਹ ਹੁੰਦਾ ਹੈ। ਜੀ ਬਿਲਕੁਲ। ਕਾਰਨ ਇਹ ਹੈ ਕਿ ਇਹ ਸਾਡੇ ਸੰਗਤੀ ਨੇਮ ਦਾ ਹਿੱਸਾ ਹੈ। ਜੀ ਜਿਵੇਂ ਅਸੀਂ ਬਾਕੀ ਬਾਣੀਆਂ ਦਾ ਨੇਮ ਇੰਡੀਵਿਜੂਅਲ ਤੌਰ 'ਤੇ ਘਰ ਬੈਠ ਕੇ ਕਰਨਾ ਹੁੰਦਾ ਹੈ। ਸਿਮਰਨ ਨਾਮ ਸਿਮਰਨ ਅਸੀਂ ਜਿਸ ਨੂੰ ਕਹਿੰਦੇ ਹਾਂ ਗੁਰਮੰਤਰ ਦਾ ਜਾਪ ਘਰ ਬੈਠ ਕੇ ਕਰਨਾ ਹੁੰਦਾ ਹੈ। ਪਰ ਜਿਸ ਵੇਲੇ ਅਸੀਂ ਸੁਬਹ ਅੰਮ੍ਰਿਤ ਵੇਲੇ ਸੰਗਤ ਵਿੱਚ ਆਉਂਦੇ ਹਾਂ ਤੇ ਇਹ ਸਾਡੇ ਸੰਗਤੀ ਨੇਮ ਦਾ ਹਿੱਸਾ ਹੈ। ਬਿਲਕੁਲ। ਇਸ ਲਈ ਬਹੁਤੀਆਂ ਥਾਵਾਂ 'ਤੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ। ਮੈਂ ਇੱਕ ਗੱਲ ਜ਼ਰੂਰ ਆਪਣੇ ਸਰੋਤਾ ਜਨਾਂ ਦੇ ਧਿਆਨ ਵਿੱਚ ਲਿਆਵਾਂਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 22 ਵਾਰਾਂ ਦਰਜ ਕੀਤੀਆਂ ਗਈਆਂ ਨੇ ਜੀ।
ਉਹਨਾਂ 22 ਵਾਰਾਂ ਸਭਨਾਂ ਦਾ ਸਿਰਲੇਖ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੀ ਹੈ, ਆਰੰਭ ਤੋਂ ਲੈ ਕੇ ਜੇ ਅਸੀਂ ਕਹੀਏ ਸ੍ਰੀ ਰਾਗ ਕੀ ਵਾਰ ਜੀ ਮਹਲਾ ਤੀਜਾ, ਫਿਰ ਵਿੱਚ ਵੀ ਚਲੇ ਜਾਈਏ ਮਾਝ ਕੀ ਵਾਰ, ਗੌੜੀ ਕੀ ਵਾਰ, ਆਸਾ ਕੀ ਵਾਰ, ਜੀ ਹਾਂਜੀ ਇਸੇ ਤਰ੍ਹਾਂ ਵਡਹੰਸ ਕੀ ਵਾਰ, ਫਿਰ ਗੂਜਰੀ ਕੀ ਵਾਰ, ਸਾਰੀਆਂ ਨਾ ਐਉਂ ਹੀ ਨਾਮ ਸਿਰਲੇਖ ਚੱਲਦੇ ਨੇ। ਜੀ ਈਵਨ ਐਂਡ ਤੇ ਜਾ ਕੇ ਕਾਨੜੇ ਕੀ ਵਾਰ, ਹਾਂਜੀ ਹਾਂਜੀ ਮਲਹਾਰ ਕੀ ਵਾਰ ਚਲੋ ਪਹਿਲਾਂ ਹੋ ਗਈ, ਮਲਹਾਰ ਕਾਨੜਾ। ਮੇਰਾ ਕਹਿਣ ਦਾ ਭਾਵ ਇਹ ਹੈ ਬਸੰਤ ਕੀ ਵਾਰ, ਮਹਲ ਪੰਜਵਾਂ ਹਰਿਕਾ ਨਾਮ ਤੇ ਆਏਗਾ, ਇਹਨਾਂ ਦਿਨਾਂ 'ਚ ਅਕਸਰ ਅਸੀਂ ਸੁਣਦੇ ਹਾਂ। ਬਿਲਕੁਲ ਬਿਲਕੁਲ। ਇੱਕ ਸੰਖੇਪ ਜਿਹਾ ਨੁਕਤਾ ਹੈ, ਸੰਖੇਪ ਜਿਹਾ, ਕਿ ਸਤਿਗੁਰਾਂ ਨੇ ਸਾਰੀਆਂ ਵਾਰਾਂ ਦੇ ਨਾਲ ਸ਼ਬਦ ਕੀ ਵਰਤਿਆ ਹੈ। ਸ੍ਰੀ ਰਾਗ ਕੀ ਵਾਰ, ਜੀ ਬਸੰਤ ਕੀ ਵਾਰ, ਕਾਨੜੇ ਕੀ ਵਾਰ, ਠੀਕ ਹੈ। ਉਸੇ ਹੀ ਸ਼ੈਲੀ ਦੇ ਵਿੱਚ, ਉਸੇ ਹੀ ਰੂਪ ਦੇ ਵਿੱਚ ਸਾਨੂੰ ਗੁਰੂ ਕੇ ਸਿੱਖਾਂ ਨੂੰ ਵੀ ਆਸਾ ਕੀ ਵਾਰ ਹੀ ਕਹਿਣਾ ਚਾਹੀਦਾ ਹੈ। ਜੀ ਇਕਸਾਰਤਾ, ਆਸਾ ਕੀ ਵਾਰ ਤੇ ਸ਼ੈਲੀ ਜੀ ਜੀ ਜਿਹੜੀ ਹੈ ਉਹ ਉਹੀ ਬਣੀ ਰਹਿੰਦੀ ਹੈ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ। ਜੀ ਪਰ ਹੈ ਕੀ ਹੈ, ਮੈਂ ਜੇ ਇਉਂ ਕਹਿ ਲਵਾਂ ਕਿ ਥੋੜੀ ਜੀ ਬੇਧਿਆਨੀ ਵਿੱਚ ਵੀ ਸ਼ਾਇਦ ਅਸੀਂ ਇਸ ਤਰ੍ਹਾਂ ਆਖੀਏ ਤੇ ਕੁਝ ਮਾਡਰਨ ਗੱਲ ਬਣ ਜਾਂਦੀ ਹੈ, ਜਾਂ ਇਸ ਤਰ੍ਹਾਂ ਆਖੀਏ ਤੇ ਸੋਹਣੀ ਗੱਲ ਬਣ ਜਾਂਦੀ ਹੈ। ਜੀ ਇਹ ਜਿਹੜੀ ਗੱਲ ਹੈ ਨਾ, ਦੋਹਾਂ ਤਰ੍ਹਾਂ ਕਰਕੇ ਹੀ ਮੇਰਾ ਖਿਆਲ ਹੈ ਨਹੀਂ ਹੋਣੀ ਚਾਹੀਦੀ। ਨਾ ਤਾਂ ਅਸੀਂ ਕਦੀ ਆਖਾਂਗੇ ਸ੍ਰੀ ਮਾਝ ਜੀ ਕੀ ਵਾਰ, ਅਸੀਂ ਕਦੀ ਨਹੀਂ ਆਖਾਂ ਸੁਣਾਂਗੇ। ਬਿਲਕੁਲ ਨਹੀਂ। ਸ੍ਰੀ ਬਸੰਤ ਜੀ ਕੀ ਵਾਰ, ਅਸੀਂ ਕਦੀ ਨਹੀਂ ਆਖਾਂ ਸੁਣਾਂਗੇ। ਸਿਰਫ ਨਾ ਇੱਥੇ ਹੀ ਇਸ ਵਾਰ ਤੇ, ਕਿਉਂਕਿ ਇਸ ਵਾਰ ਦਾ ਸਿਰਲੇਖ ਤੁਸਾਂ ਨੇ ਵਿਚਾਰਿਆ ਹੋਵੇਗਾ ਜ਼ਰੂਰ, ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ, ਸਲੋਕ ਵੀ ਮਹਲੇ ਪਹਿਲੇ ਕੇ ਲਿਖੇ, ਜੀ ਠੀਕ ਹੈ। ਤਾਂ ਅਸੀਂ ਸ਼ਾਇਦ ਇਸ ਵਿੱਚ ਬਈ ਆਪਣੀ ਤਰਤੀਬ, ਆਪਣੇ ਸਿਰ ਤੇ ਗੱਲ ਆ ਗਈ ਤਰਤੀਬ ਦੇਣ ਦੀ, ਪਰ ਸਾਨੂੰ ਵੀ ਤਰਤੀਬ ਉਸੇ ਹੀ ਸ਼ੈਲੀ ਵਿੱਚ ਦਿੱਤੇ ਆ, ਵਧੇਰੇ ਸੋਭਦੀ ਹੈ ਤੇ ਟੁਕਦੀ ਹੈ। ਜੀ ਬਿਲਕੁਲ। ਜਿਹੜੀ ਸ਼ੈਲੀ, ਜਿਹੜੀ ਤਰਤੀਬ ਸਤਿਗੁਰੂ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਜੀ ਨੇ ਪਹਿਲਿਆਂ ਨੇ, ਤੀਜਿਆਂ ਨੇ, ਚੌਥਿਆਂ ਨੇ ਅਤੇ ਪੰਜਵਿਆਂ ਨੇ ਸੁਖਾਪਤ ਕੀਤੀ ਹੈ। ਜੀ ਸੋ ਸਾਨੂੰ ਨਾ, ਇੱਕ ਤਾਂ ਸਮੂਹ ਸਰੂਤਾ ਜਨਾਂ ਨੂੰ ਮੈਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਇਸ ਵਿੱਚ ਸਾਰੀ ਸ਼ਰਧਾ ਆ ਜਾਂਦੀ ਹੈ, ਸਾਰੀ ਭਾਵਨਾ ਆ ਜਾਂਦੀ ਹੈ ਜੇ ਅਸੀਂ ਸਤਿਗੁਰਾਂ ਦੀ ਹੁਕਮ ਆਗਿਆ ਦੇ ਅਨੁਸਾਰ ਅਸੀਂ ਵਿਚਾਰ ਕਰਦੇ ਹਾਂ। ਬਿਲਕੁਲ। ਦੂਸਰੀ ਬਾਤ, ਵਾਰ ਜਿਹੜੀ ਹੈ ਇਹ ਪੌੜੀਆਂ ਦੇ ਸਮੂਹ ਨੂੰ ਆਖਿਆ ਜਾਂਦਾ ਹੈ, ਔਰ ਇਹ ਵੀ ਗੱਲ ਸਿੱਧ ਹੈ ਕਿ ਸਭ ਤੋਂ ਪਹਿਲਾਂ ਸਿੱਖੀ ਮੰਡਲ ਦੇ ਵਿੱਚ ਵਾਰ ਰਚਨਾ ਜਿਹੜੀ ਹੈ ਇਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ। ਇਹ ਗੱਲ ਸਿੱਧ ਹੈ ਜੀ। ਜਿਹੜੀ ਵਾਰ ਰਚਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ, ਸਭ ਤੋਂ ਪਹਿਲਾਂ ਆਖਿਆ ਗਿਆ, ਆਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਲਹਾਰ ਕੀ ਵਾਰ ਜਿਹੜੀ ਹੈ ਇਹ ਸਭ ਤੋਂ ਪਹਿਲਾਂ ਰਚੀ, ਫਿਰ ਮਾਝ ਕੀ ਵਾਰ ਰਚੀ, ਉਸ ਤੋਂ ਬਾਅਦ ਆਸਾ ਕੀ ਵਾਰ ਰਚਨਾ ਹੋਈ। ਮੈਂ ਇਸ ਖਿਆਲ ਦੇ ਨਾਲ ਨਾ, ਮੈਂ ਤਦ ਕਹਿ ਰਿਹਾ, ਮਾਣਯੋਗ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਅਤੇ ਗਿਆਨੀ ਹਰਬੰਸ ਸਿੰਘ ਹੋਰਾਂ ਨੇ ਇਸ ਪੱਖ ਤੇ ਨਾ ਕਾਫੀ ਕੰਮ ਕੀਤਾ ਹੈ, ਵਿਚਾਰ ਕੀਤਾ ਹੈ ਔਰ ਵਿਆਖਿਆ ਕੀਤੀ ਹੈ। ਸੋ ਸੰਖੇਪਤਾ ਨਾਲ ਅਸੀਂ ਕਹੀਏ ਜੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਮੰਡਲ ਵਿੱਚ ਇਹ ਵਾਰ ਰਚਨ ਦਾ ਕਾਰਜ ਸਭ ਤੋਂ ਪਹਿਲਾਂ ਕੀਤਾ, ਔਰ ਉਹਨਾਂ ਦੀ ਵਾਰ ਜਿਹੜੀ ਸੀ ਪੌੜੀਆਂ ਤੇ ਆਧਾਰਿਤ ਸੀ। ਇਹ ਗੱਲ ਅਗਲੀ ਦੂਜੀ ਸੰਭਵ ਹੈ ਕਿ ਦੂਜੇ ਸਤਿਗੁਰਾਂ ਦੇ ਵੇਲੇ, ਵਿਸ਼ੇਸ਼ ਤੌਰ ਤੇ ਜਾਂ ਤੀਜੇ ਸਤਿਗੁਰਾਂ ਦੇ ਵੇਲੇ, ਜਿਸ ਵੇਲੇ ਪੌੜੀ ਦਾ ਕੀਰਤਨ ਕੀਤਾ ਜਾਂਦਾ ਸੀ ਤੇ ਉਸ ਦੀ ਵਿਆਖਿਆ ਸਰੂਪ ਕੁਝ ਸ਼ਲੋਕ ਜਿਹੜੇ ਸਨ ਨਾ ਉਹ ਨਾਲ ਮਿਲਾ ਕੇ ਪੜ੍ਹੇ ਜਾਂਦੇ ਸਨ। ਜੀ ਜੀ। ਪੰਜਵੇਂ ਪਾਤਸ਼ਾਹ ਜੀ ਨੇ, ਗੱਲ ਜਿਹੜੀ ਹੈ ਨਾ ਬਹੁਤੀ ਉੱਥੇ ਆ ਕੇ ਟਿਕਦੀ ਹੈ ਕਿ ਪੰਜਵੇਂ ਪਾਤਸ਼ਾਹ ਜੀ ਹਜ਼ੂਰ ਨੇ ਵਾਰਾਂ ਦੇ ਨਾਲ ਸਿਰਫ 2 ਵਾਰਾਂ ਨੂੰ ਛੱਡ ਕੇ, ਇੱਕ ਬਸੰਤ ਕੀ ਵਾਰ ਔਰ ਇੱਕ ਰਾਏ ਬਲਵੰਡ ਤਥਾ ਸੱਤਾ ਡੂਮ ਆਖੀ ਰਾਮਕਲੀ ਕੀ ਵਾਰ, ਇਹ 2 ਵਾਰਾਂ ਨੂੰ ਛੱਡ ਕੇ ਬਾਕੀ 20 ਵਾਰਾਂ ਦੇ ਨਾਲ ਹਰੇਕ ਪੌੜੀ ਦੇ ਨਾਲ ਘੱਟੋ ਘੱਟ 2 ਸ਼ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕੀਤੇ। ਅਕਸਰ ਸਮਝਿਆ ਜਾਂਦਾ ਹੈ ਕਿ ਇਹ ਦੋਏ ਸ਼ਲੋਕ ਜਿਹੜੇ ਨੇ ਇਹ ਪੌੜੀ ਦੀ ਵਿਆਖਿਆ ਕਰਦੇ ਨੇ। ਇਹ ਵਿਦਵਾਨ ਸੱਜਣ ਜਿਸ ਵੇਲੇ ਵਿਚਾਰ ਕਰਦੇ ਨੇ ਤਾਂ ਇਸ ਹੀ ਰੂਪ ਦੇ ਵਿੱਚ ਅਕਸਰ ਵਿਚਾਰ ਕਰਿਆ ਕਰਦੇ ਨੇ।
ਉਸੇ ਹੀ ਤਰਤੀਬ ਦੇ ਅਨੁਸਾਰ ਵਾਰ ਦੇ ਵਿੱਚ ਆਸਾ ਕੀ ਵਾਰ ਦੇ ਵਿੱਚ ਬਹੁਤੇ ਸ਼ਲੋਕ ਜਿਹੜੇ ਨੇ ਐਵੇਂ ਕੁਝ ਦੂਜੇ ਪਾਤਸ਼ਾਹ ਜੀ ਦੇ ਸ਼ਲੋਕ ਨੇ, ਬਹੁਤੇ ਸ਼ਲੋਕ ਪਹਿਲੇ ਪਾਤਸ਼ਾਹ ਜੀ ਦੇ ਨੇ। ਇਸ ਲਈ ਸਰਲੇਖ ਵਿੱਚ ਵੀ ਆਖਿਆ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਮਹਿਲੇ ਪਹਿਲੇ ਦੇ ਲਿਖੇ ਹੋਏ ਵੀ ਸ਼ਲੋਕ ਜਿਹੜੇ ਨੇ ਇਸ ਵਾਰ ਵਿੱਚ ਦਰਜ ਨੇ ਜੀ, ਜਿਹੜੇ ਤੁਸਾਂ ਨੇ ਅੱਜ 2 ਸ਼ਲੋਕ ਸਰਵਣ ਕਰਵਾਏ ਜੀ। ਲੇਕਿਨ ਜਿਸ ਵੇਲੇ ਅਸੀਂ ਵਿਚਾਰ ਕਰਦੇ ਹਾਂ, ਮੈਂ ਇਸ ਮਤ ਦੇ ਨਾਲ ਵਿਚਾਰਧਾਰਾ ਦੇ ਨਾਲ ਸਹਿਮਤ ਹਾਂ ਕਿ ਵਾਰ ਦੇ ਵਿੱਚ ਜਿਸ ਵੇਲੇ ਅਸਾਂ ਨੇ ਵਿਚਾਰ ਕਰਨੀ ਹੈ ਤਾਂ ਸ਼ਲੋਕਾਂ ਤੋਂ ਪਹਿਲਾਂ ਸਾਨੂੰ ਜੋ ਸ਼ਲੋਕ ਦਾ ਆਧਾਰ ਹੈ, ਮੂਲ ਹੈ, ਜਿਸ ਦੀ ਵਿਆਖਿਆ ਸ਼ਲੋਕ ਕਰਦੇ ਨੇ, ਪਹਿਲਾਂ ਉਸ ਦੀ ਵਿਚਾਰ ਕਰਨੀ ਬਣਦੀ ਹੈ। ਔਰ ਮੇਰਾ ਕਹਿਣ ਤੋਂ ਭਾਵ ਕੀ ਹੈ ਕਿ ਸ਼ਲੋਕਾਂ ਦੀ ਵਿਆਖਿਆ ਤੋਂ ਪਹਿਲਾਂ ਸਾਨੂੰ ਨਾ ਪੌੜੀ ਦੀ ਵਿਚਾਰ ਕਰਨੀ ਬਣਦੀ ਹੈ। ਹੁਣ ਜਿਸ ਵੇਲੇ ਅਸੀਂ ਪੌੜੀ ਦੀ ਵਿਚਾਰ ਕਰਾਂਗੇ, ਫਿਰ ਇੱਕ ਨੁਕਤਾ ਬਹੁਤ ਸੰਖੇਪ ਜਿਹਾ ਸਾਡੇ ਸਾਹਮਣੇ ਆਉਂਦਾ ਹੈ ਕਿ ਪੌੜੀ ਦੀ ਸਭ ਤੋਂ ਜਿਹੜੀ ਅਖੀਰਲੀ ਤੁਕ ਹੈ, ਉਸ ਵਿੱਚ ਪੌੜੀ ਦਾ ਭਾਵ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੋਇਆ ਹੁੰਦਾ ਹੈ ਜੀ ਜੀ। ਤਾਂ ਜਿਹੜੀ ਪੌੜੀ ਤੁਸਾਂ ਨੇ ਸਾਨੂੰ ਸਰਵਣ ਕਰਵਾਈ ਹੈ, ਇਸ ਪੌੜੀ ਦੇ ਅਖੀਰ ਵਿੱਚ ਜਿਹੜਾ ਬਚਨ ਸੰਖੇਪਤਾ ਨਾਲ ਆਇਆ, ਵਿੱਚ ਦੁਨੀਆ ਕਾਹੇ ਆਇਆ ਜੀ, ਵਿੱਚ ਦੁਨੀਆ ਕਾਹੇ ਆਇਆ ਜੀ। ਦੁਨੀਆ ਦੇ ਵਿੱਚ ਆਉਣ ਦਾ ਮਕਸਦ ਕੀ ਰਿਹਾ? ਕੁਝ ਵੀ ਮਕਸਦ ਨਾ ਰਿਹਾ ਜੀ। ਕਿਉਂ ਮਕਸਦ ਨਾ ਰਿਹਾ? ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਕਿਉਂ ਇਹ ਮਕਸਦ ਨਾ ਰਿਹਾ? ਮਕਸਦ ਇਸ ਲਈ ਨਾ ਰਿਹਾ ਕਿ ਜੇ ਜੀਵਨ ਦਾ ਸੱਚ ਨਹੀਂ ਸਮਝਿਆ, ਜੇ ਜੀਵਨ ਦੇ ਸੱਚ ਨੂੰ ਗ੍ਰਹਿਣ ਨਹੀਂ ਕੀਤਾ, ਜੀਵਨ ਦੇ ਸੱਚ ਨੂੰ ਲੈ ਕੇ ਚੱਲਿਆ ਨਹੀਂ ਜੀ, ਫਿਰ ਵਿੱਚ ਦੁਨੀਆ ਕਾਹੇ ਆਇਆ ਜੀ। ਫਿਰ ਕੀ ਆਇਆ ਦੁਨੀਆ ਦੇ ਵਿੱਚ? ਗੱਲ ਕਿਉਂ ਆਖੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ? ਦੇਖਣਾ, ਵਿਚਾਰਵਾਨ ਸੱਜਣ ਕਹਿੰਦੇ ਨੇ ਭੋਗ, ਨੀਂਦ, ਭਰਮ, ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਸਾਰੀਆਂ ਪਸ਼ੂਆਂ ਵਿੱਚ ਤੇ ਮਨੁੱਖ ਦੇ ਵਿੱਚ ਸਾਂਝੀਆਂ ਨੇ। ਪਦਾਰਥਾਂ ਦਾ ਭੋਗਣਾ, ਸਰੀਰਾਂ ਦਾ ਭੋਗਣਾ, ਨੀਂਦ ਲੈਣੀ, ਭਰਮਣਾ, ਹੱਸਣਾ ਖੇਡਣਾ, ਇਤਿਆਦ, ਇਹ ਤਾਂ ਸਮਾਨ ਨੇ ਜੀ। ਬਿਲਕੁਲ, ਪਸ਼ੂਆਂ ਵਿੱਚ ਵੀ ਨੇ, ਮਨੁੱਖ ਵਿੱਚ ਵੀ ਨੇ। ਕਦੀ ਪਸ਼ੂ ਨੂੰ ਨਹੀਂ ਕਿਹਾ ਜਾ ਸਕੇਗਾ ਵਿੱਚ ਦੁਨੀਆ ਕਾਹੇ ਆਇਆ। ਬਿਲਕੁਲ, ਪਸ਼ੂ ਨੂੰ ਕਦੀ ਕਿਹਾ ਜਾ ਸਕੇਗਾ ਨਹੀਂ। ਉਸ ਦਾ ਇੱਕ ਲੈਵਲ ਹੈ, ਜਿਹਨੂੰ ਅਸੀਂ ਕਹੀਏ ਇੱਕ ਤਲ ਹੈ। ਤਲ ਵੀ ਹੈ ਔਰ ਉਸ ਦੀ ਇੱਕ ਸੀਮਾ ਵੀ ਹੈ। ਅਸੀਂ ਕਦੀ ਕੁੱਤੇ ਦੇ ਪਾਸੋਂ, ਸੱਪ ਦੇ ਪਾਸੋਂ, ਮੱਛੀ ਦੇ ਪਾਸੋਂ, ਆਸਮਾਨ ਵਿੱਚ ਉੱਡਣ ਵਾਲੇ ਪੰਛੀ ਦੇ ਪਾਸੋਂ ਅਸੀਂ ਕਦੀ ਨਹੀਂ ਆਸ ਕਰਾਂਗੇ, ਨਹੀਂ ਕਰ ਸਕਦੇ ਕਿ ਇਹ ਆਪਣੀ ਲਿਮਟ ਤੋਂ ਅੱਗੇ ਵੱਧ ਕੇ ਕੁਝ ਕਰ ਸਕੇ ਜੀ ਜੀ। ਐਸਾ ਹੋ ਨਹੀਂ ਸਕਦਾ। ਜੇ ਆਸ ਕੀਤੀ ਜਾਂਦੀ ਹੈ ਤੇ ਕੇਵਲ ਮਨੁੱਖ ਦੇ ਪਾਸੋਂ ਇਹ ਆਸ ਕੀਤੀ ਜਾਂਦੀ ਹੈ। ਮਨੁੱਖ ਸ਼ਬਦ ਵਿਚਾਰਵਾਨ ਕਹਿੰਦੇ ਨੇ ਕਿ ਮਨੁੱਖ ਸ਼ਬਦ ਆਇਆ ਹੈ ਮਨ ਤੋਂ। ਭਾਵੇਂ ਮਨ ਪਸ਼ੂ ਪੰਛੀਆਂ ਵਿੱਚ ਵੀ ਹੈ ਜੀ, ਜਾਂ ਵਨਸਪਤੀ ਵਿੱਚ ਵੀ ਕੁਝ ਚੇਤਨਾ ਹੈ। ਕਹਿੰਦੇ ਨੇ ਮਾਈਂਡ ਥੋੜਾ ਜਿਹਾ ਉੱਥੇ ਵੀ ਹੈਗਾ, ਪਰ ਜਿਤਨਾ ਵਿਕਸਿਤ ਮਾਈਂਡ ਮਨੁੱਖ ਦੇ ਪਾਸ ਹੈ, ਇਤਨਾ ਵਿਕਸਿਤ ਮਾਈਂਡ ਕਿਸੇ ਦੇ ਪਾਸ ਵੀ ਨਹੀਂ ਹੈ। ਇਸ ਲਈ ਮਨੁੱਖ ਨੂੰ ਆਖਿਆ ਗਿਆ ਕਿ ਤੇਰੇ ਪਾਸ ਇੱਕ ਮੌਕਾ ਹੈ, ਤੇਰੇ ਪਾਸ ਇੱਕ ਅਪਰਚੁਨਿਟੀ ਹੈ। ਜੇ ਤੂੰ ਵੀ ਉਸ ਅਪਰਚੁਨਿਟੀ ਨੂੰ ਅਵੇਲ ਨਹੀਂ ਕਰਦਾ, ਉਸ ਤੋਂ ਠੀਕ ਫਾਇਦਾ ਨਹੀਂ ਉਠਾਉਂਦਾ, ਤੇ ਫਿਰ ਕਿਹਾ ਜਾ ਸਕੇਗਾ ਨਾ ਵਿੱਚ ਦੁਨੀਆ ਕਾਹੇ ਆਇਆ। ਬਿਲਕੁਲ। ਹੁਣ ਦੇਖਣਾ, ਮਹਾਂਪੁਰਸ਼ ਸਤਿਗੁਰੂ ਸੱਚੇ ਪਾਤਸ਼ਾਹ, ਭਗਤ ਜਾਨ, ਹਾਂਜੀ, ਜਿਤਨੇ ਵੀ ਮਹਾਂਪੁਰਸ਼ ਇਸ ਪ੍ਰਕਾਰ ਦੇ ਹੋਏ ਨੇ ਗੁਰੂ ਪਿਆਰੇ, ਹਮੇਸ਼ਾ ਹੀ ਮਿੱਠੀ ਬੋਲੀ ਬੋਲਦੇ ਨੇ, ਬਹੁਤ ਮਿੱਠੀ ਬੋਲੀ ਬੋਲਦੇ ਨੇ, ਬਹੁਤ ਮਿੱਠੀ। ਧਰਮ ਉਪਦੇਸ਼ ਕਰਨਾ ਸਾਨੂੰ ਸਿਖਾਉਂਦੇ ਨੇ ਕਿ ਜੇ ਧਰਮ ਉਪਦੇਸ਼ ਦ੍ਰਿੜ ਕਰਵਾਉਣਾ ਹੋਵੇ ਤੇ ਕਿੰਨੇ ਮਿੱਠੇ ਸ਼ਬਦਾਂ ਦੇ ਵਿੱਚ ਕਰਵਾਉਣਾ ਚਾਹੀਦਾ ਹੈ। ਲੇਕਿਨ ਜਦੋਂ ਕਿਤੇ ਜੀਵਨ ਦੇ ਇਸ ਪ੍ਰਕਾਰ ਦੇ ਸੱਤ ਨੂੰ ਸਾਹਮਣੇ ਲਿਆਉਣ ਦਾ ਸਮਾਂ ਆਉਂਦਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਇਉਂ ਵੀ ਕਹਿੰਦੇ ਨੇ, ਅੰਧੇ ਚੇਤ ਹਰਿ ਹਰਿ ਰਾਇਆ, ਤੇਰਾ 100 ਦਿਨ ਨੇੜੇ ਆਇਆ। ਅੰਧਾ ਜੀ, ਅੰਧੇ ਕਹਿ ਕੇ ਨਾ ਸੰਬੋਧਨ ਕੀਤਾ, ਅੰਧੇ ਚੇਤ ਹਰਿ ਹਰਿ ਰਾਇਆ। ਉਹ ਅੰਧੇ ਮਨੁੱਖ, ਤੂੰ ਸਾਵਧਾਨ ਹੋ, ਤੂੰ ਸੁਚੇਤ ਹੋ, ਕਰਤਾਰ ਦੇ ਨਾਲ ਜੁੜ।
ਕਰਤਾਰੀ ਗੁਣਾ ਦਾ ਤੂੰ ਧਾਰਨੀ ਹੋ। ਜੀ ਹੁਣ ਕਿਉਂ ਅੰਨਾ ਆਖਿਆ? ਕਿ ਸੱਚਮੁੱਚ ਮਨੁੱਖ ਨੇਤਰਾਂ ਤੋਂ ਅੰਨਾ ਸੀ, ਜਿਸ ਕਰਕੇ ਅੰਨਾ ਆਖਿਆ ਗਿਆ, ਜਿਸ ਨੂੰ ਅਸੀਂ ਸੰਸਾਰੀ ਦੁਨੀਆ ਵਿੱਚ ਬਲਾਈਂਡ ਆਖਦੇ ਹਾਂ, ਜਾਂ ਆਪਣੀ ਆਮ ਬੋਲੀ ਵਿੱਚ, ਸਿੱਖ ਬੋਲੀ ਵਿੱਚ ਅਸੀਂ ਸੂਰਮਾ ਸਿੰਘ ਕਹਿ ਦਿੰਦੇ ਹਾਂ, ਨੇਤਰਹੀਨ। ਅਸੀਂ ਕਿਸੇ ਨੂੰ ਕਹਿ ਦਿੰਦੇ ਹਾਂ ਨਾਬੀਨਾ ਕਹਿ ਲੈਂਦੇ ਹਾਂ ਅਸੀਂ, ਜਿਹੜਾ ਦੇਖ ਨਹੀਂ ਸਕਦਾ, ਜਿਹਦੀ ਅੱਖਾਂ ਵਿੱਚ ਜੋਤ ਨਹੀਂ ਹੈ। ਬਿਲਕੁਲ। ਕਿ ਉਹਨਾਂ ਨੂੰ ਸੰਬੋਧਨ ਕੀਤਾ ਗਿਆ। ਜਿਹੜਾ ਇਹਨਾਂ ਬਾਹਰੀ ਨੇਤਰਾਂ ਨਾਲ ਅੰਨਾ ਹੈ, ਉਹਨੂੰ ਤਾਂ ਸੰਬੋਧਨ ਕਰਨ ਦਾ ਫਿਰ ਇਹ ਕਹਿਣਾ ਵੀ ਅੰਧੇ ਤੂੰ ਵੇਖ, ਬਿਲਕੁਲ ਕੋਈ ਗੱਲ ਨਹੀਂ ਨਾ ਬਣਦੀ। ਜੀ ਜੀ। ਦਰਅਸਲ ਸਤਿਗੁਰੂ ਕੀ ਮਹਾਰਾਜ ਕਹਿਣਾ ਚਾਹੁੰਦੇ ਨੇ, ਹਜ਼ੂਰ ਕਹਿਣਾ ਚਾਹੁੰਦੇ ਨੇ, ਕੁਝ ਇਹਨਾਂ ਨੇਤਰਾਂ ਦੇ ਨਾਲ ਇੱਕ ਅਸੀਂ ਦੇਖਦੇ ਹਾਂ ਸੰਸਾਰ, ਇੱਕ ਅਸੀਂ ਵੇਖਦੇ ਹਾਂ ਅੱਜ ਜੀ, ਇੱਕ ਅਸੀਂ ਵੇਖਦੇ ਹਾਂ ਲੋਕਾਂ ਨੂੰ। ਇੱਕ ਦ੍ਰਿਸ਼ਟੀ ਹੈ ਸਾਡੀ, ਜਿਸ ਦ੍ਰਿਸ਼ਟੀ ਨਾਲ ਵੇਖਣਾ ਹੁੰਦਾ ਅਸਾਂ ਨੇ ਕਰਤਾਰ ਨੂੰ, ਜਿਸ ਦ੍ਰਿਸ਼ਟੀ ਨਾਲ ਵੇਖਣਾ ਹੁੰਦਾ ਹੈ ਅਸਾਂ ਆਪਣੇ ਆਪ ਨੂੰ, ਜਿਸ ਦ੍ਰਿਸ਼ਟੀ ਨਾਲ ਵੇਖਣਾ ਹੁੰਦਾ ਹੈ ਅਸਾਂ ਆਪਣੇ ਆਪੇ ਨੂੰ। ਜੀ। ਇਨਸਾਈਡ, ਇੰਟਰਨਲ ਅਸੀਂ ਆਪਣੇ ਅੰਦਰ ਝਾਤ ਪਾਉਣੀ ਹੁੰਦੀ ਹੈ। ਮੈਂ ਤਾਂ ਇਹੋ ਬੇਨਤੀ ਕਰਦਾ ਕਿ ਕਰਤਾਰ ਕਿਰਪਾ ਕਰੇ, ਜਿਸ ਵਾਹਿਗੁਰੂ ਨੇ ਸਾਨੂੰ ਅੱਖਾਂ ਦਿੱਤੀਆਂ, ਜਿਸ ਵਾਹਿਗੁਰੂ ਜੀ ਨੇ ਸਾਨੂੰ ਸੰਸਾਰ ਤੱਕਣ ਦੀ ਦ੍ਰਿਸ਼ਟੀ ਦਿੱਤੀ, ਉਹੀ ਵਾਹਿਗੁਰੂ ਕਿਰਪਾ ਕਰੇ ਸਾਨੂੰ ਕਰਤਾਰ ਤੱਕਣ ਦੀ ਦ੍ਰਿਸ਼ਟੀ ਵੀ ਬਖਸ਼ਿਸ਼ ਕਰੇ। ਸੰਸਾਰ ਤੱਕਣ ਦੀ ਦ੍ਰਿਸ਼ਟੀ ਵੀ ਉਹੀ ਦਿੰਦਾ ਹੈ ਤੇ ਕਰਤਾਰ ਨੂੰ ਤੱਕਣ ਦੀ ਦ੍ਰਿਸ਼ਟੀ ਵੀ ਉਹੀ ਦਿੰਦਾ ਹੈ। ਬਿਲਕੁਲ। ਮੈਂ ਇੱਥੇ ਇੱਕ ਖਿਆਲ ਮਾਨਯੋਗ ਭਾਈ ਸਾਹਿਬ ਜੀ, ਭਾਈ ਨੰਦ ਲਾਲ ਜੀ ਗੋਇਆ ਸਾਹਿਬ ਦਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ। ਕਹਿੰਦੇ ਨੇ ਕਰਤਾਰ ਕਿਰਪਾ ਕਰੇ, ਵਾਹਿਗੁਰੂ ਜੀ ਕਿਰਪਾ ਕਰਨ, ਹਰੇਕ ਦੀ ਧੀ, ਹਰੇਕ ਦੇ ਪੁੱਤਰ ਦੇ ਚਿਹਰੇ ਤੇ ਸੋਹਣੀਆਂ ਸੋਹਣੀਆਂ ਮੋਟੀਆਂ ਮੋਟੀਆਂ ਅੱਖਾਂ ਹੋਣ, ਜੀ, ਮੋਟੇ ਮੋਟੇ ਨੇਤਰ ਹੋਣ। ਜਿਵੇਂ ਕਿ ਅਸੀਂ ਨਾ ਜਾਣ ਕੇ ਬੜਾ ਖੁਸ਼ ਹੋਣੇ ਆ, ਧੀ ਦੀਆਂ ਵੇਖ ਅੱਖਾਂ ਕਿੱਡੀਆਂ ਮੋਟੀਆਂ ਮੋਟੀਆਂ, ਪੁੱਤਰ ਦੇ ਨੇਤਰ ਵੇਖੋ ਕਿੱਡੇ ਮੋਟੇ ਮੋਟੇ ਸੋਹਣੇ ਸੋਹਣੇ, ਸਭਨਾਂ ਦੇ ਹੋਣ। ਜੀ। ਲੇਕਿਨ ਮਾਨਯੋਗ ਜੀ ਕਹਿੰਦੇ ਨੇ ਨੇਤਰ ਸੋਹਣੇ ਸੋਹਣੇ ਮੋਟੇ ਮੋਟੇ ਹੋਣ, ਪਰ ਇਸ ਦੇ ਨਾਲ ਨਾਲ ਨਾ ਇਹਨਾਂ ਨੇਤਰਾਂ ਦੇ ਅੰਦਰ ਸੱਚ ਵੇਖਣ ਦੀ ਦ੍ਰਿਸ਼ਟੀ ਵੀ ਹੋਵੇ। ਬਿਲਕੁਲ। ਸੱਚ ਵੇਖਣ ਦੀ ਦ੍ਰਿਸ਼ਟੀ ਵੀ ਹੋਵੇ। ਜੇ ਅੰਦਰ ਸੱਚ ਵੇਖਣ ਦੀ ਦ੍ਰਿਸ਼ਟੀ ਨਹੀਂ ਹੈ, ਵਿਜ਼ਨ ਹੀ ਨਹੀਂ ਹੈ ਸੱਚ ਵੇਖਣ ਦਾ, ਤੇ ਭਾਈ ਸਾਹਿਬ ਫਿਰ ਕਹਿੰਦੇ ਨੇ ਕੂਰ ਅਸਤ ਹਰ ਆਂ ਦੀਦਾ ਕਿ ਹਕਰਾ ਨਾ ਸ਼ਨਾਖਤ। ਕੂਰ ਸ਼ਬਦ ਦਾ ਅਰਥ ਹੁੰਦਾ ਹੈ ਅੰਨਾ। ਕੂਰ ਅਸਤ ਅੰਨਾ ਹੈ। ਕੂਰ ਅਸਤ ਹਰ ਆਂ ਦੀਦਾ, ਹਰੇਕ ਉਹ ਨੇਤਰ ਅੰਨਾ ਹੈ। ਗੱਲ ਨਾ ਮੇਰੀ ਤੇ ਨਾ ਕੇਵਲ ਤੁਹਾਡੀ ਹੈ। ਬਿਲਕੁਲ। ਭਾਵੇਂ ਨੇਤਰ ਕਿੰਨੇ ਵੀ ਸੋਹਣੇ ਵੇਖਣ ਨੂੰ ਹੋਣ, ਮੋਟੇ ਹੋਣ, ਠੀਕ ਹੈ, ਸੰਸਾਰ ਬੜਾ ਸੋਹਣਾ ਦਿਸਦਾ ਹੈ, ਠੀਕ ਹੈ, ਲੇਕਿਨ ਮਾਨਯੋਗ ਜੀ ਧਰਮ ਦੇ ਖੇਤਰ ਵਿੱਚ ਇਹ ਆਖਦੇ ਨੇ ਕੂਰ ਅਸਤ ਹਰ ਆਂ ਦੀਦਾ ਕਿ ਹਕਰਾ ਨਾ ਸ਼ਨਾਖਤ, ਇਹ ਉਮਰੇ ਗਿਨਾ ਮਾਇਆ ਬਗਫਲਤ ਦਰਬਾਖਤ। ਕਹਿਣ ਲੱਗੇ ਨਤੀਜਾ ਕੀ ਹੋਇਆ? ਇਹ ਜਿਹੜੀ ਕੀਮਤੀ ਉਮਰ ਹੈ, ਜਵਾਨੀ ਦੀ ਉਮਰ ਹੈ, ਮਨੁੱਖਾ ਜੀਵਨ ਨੂੰ ਵੈਸੇ ਕਈ ਵਾਰ ਆਖਿਆ ਹੀ ਜਵਾਨੀ ਗਿਆ, ਮਨੁੱਖਾ ਜੀਵਨ ਜਵਾਨੀ ਹੈ 84 ਲੱਖ ਜੂਨ ਵਿੱਚ। ਇਹ ਉਮਰੇ ਗਿਨਾ ਮਾਇਆ ਬਗਫਲਤ ਦਰਬਾਖਤ, ਅਣਗਹਿਲੀ ਦੇ ਨਾਲ। ਗਫਲਤ ਸ਼ਬਦ ਦਾ ਅਰਥ ਹੁੰਦਾ ਅਣਗਹਿਲੀ, ਜੀ, ਕੇਅਰਲੈਸਨੈਸ। ਜੀ ਜੀ। ਕੇਅਰਲੈਸਨੈਸ ਹੁੰਦਿਆਂ ਹੋਇਆਂ, ਕੇਅਰਲੈਸ ਹੁੰਦਿਆਂ ਹੋਇਆਂ ਬਗਫਲਤ ਦਰਬਾਖਤ ਸਾਰੀ ਐਵੇਂ ਬਿਤਾ ਦਿੱਤੀ। ਕਹਿਣ ਲੱਗੇ ਫਿਰ ਉਹਨਾਂ ਨੇ ਪਿਆਰ ਦੇ ਨਾਲ, ਸਤਿਕਾਰ ਨਾਲ ਆਖਿਆ, ਉਹ ਗਿਰੀਆਂ ਕੁਨਾ ਆਮਦ ਬਹਸਰਤ ਮੁਰਦ। ਕਹਿਣ ਲੱਗੇ ਇਹ ਹਕੀਕਤ ਹੈ ਕਿ ਸੰਸਾਰ ਵਿੱਚ ਜਿਤਨੇ ਜੀਵ ਆਉਂਦੇ ਨੇ ਸਾਰੇ ਰੋਂਦੇ ਹੋਏ ਆਉਂਦੇ ਨੇ। ਜੀ ਜੀ। ਬੱਚਾ ਜਨਮ ਵੇਲੇ ਰੋਵੇ ਨਾ ਤੇ ਮਾਂ ਨੂੰ ਤੇ ਬਾਕੀਆਂ ਨੂੰ ਫਿਕਰ ਪੈ ਜਾਂਦਾ ਤੇ ਰੋਇਆ ਕਿਉਂ ਨਹੀਂ? ਬਿਲਕੁਲ। ਹੈ ਐਂ ਨਾ ਧਾਰਮਿਕ ਪੁਰਸ਼ ਨਾਲ ਗੱਲ ਕਹਿੰਦੇ ਨੇ, ਦੇਖੋ ਸਾਰੇ ਹੀ ਰੋਂਦੇ ਆਏ। ਭਾਈ ਸਾਹਿਬ ਕਹਿੰਦੇ ਨੇ ਹੁਣ ਆਏ ਤਾਂ ਰੋਂਦੇ, ਪਰ ਜਾਣ ਲੱਗਿਆਂ ਵੀ ਕੋਈ ਰੋਂਦਾ ਹੀ ਜਾਵੇ, ਅਫਸੋਸ ਦੀ ਗੱਲ ਤਾਂ ਹੈ ਨਾ। ਬਿਲਕੁਲ। ਕਹਿੰਦੇ ਨੇ ਪਰ ਮੈਂ ਬਾਕੀਆਂ ਲਈ ਸ਼ਾਇਦ ਐਵੇਂ ਗੱਲ ਨਾ ਆਖਾਂ, ਮੈਂ ਗੁਰੂ ਕਿਆਂ ਲਈ ਮੈਂ ਜ਼ਰੂਰ ਆਖਾਂਗਾ, ਅਫਸੋਸ ਦਰੀ ਆਮਦ ਕਾਰ ਨਾ ਸਾਖਤ। ਅਫਸੋਸ, ਹੁਣ ਅਫਸੋਸ ਸ਼ਬਦ ਦੇ ਅਰਥ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਫਸੋਸ ਕਿਉਂ ਆਖਿਆ ਜਾਂਦਾ, ਕਿਵੇਂ ਆਖਿਆ ਜਾਂਦਾ, ਕੀ ਭਾਵ ਹੁੰਦਾ ਹੈ ਅਫਸੋਸ ਪ੍ਰਗਟ ਕਰਨ ਦਾ। ਅਫਸੋਸ ਦਾਰੀ ਆਮਦ ਇਸ ਤਰ੍ਹਾਂ ਆਇਆ
ਕਾਰ ਏ ਨਾ ਸਾਖਤ, ਸਵਾਰਿਆ ਕੱਖ ਵੀ ਨਾ। ਜੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਸੇ ਲਈ ਆਖਿਆ ਵਿੱਚ ਦੁਨੀਆ ਕਾਹੇ ਆਇਆ। ਕਾਹੇ ਆਇਆ। ਔਰ ਇਹ ਕਿਸੇ ਪਸ਼ੂ ਪੰਛੀ ਨੂੰ, ਕਿਸੇ ਹੋਰ ਨੂੰ ਨਹੀਂ ਆਖਿਆ, ਕੇਵਲ ਮਨੁੱਖ ਨੂੰ ਆਖਿਆ। ਜੀ ਹੁਣ ਕਿਉਂ ਮਨੁੱਖ ਨੂੰ ਆਖਿਆ? ਹਾਂਜੀ, ਅੰਤ ਵਿੱਚ ਆਖਿਆ ਸੀ, ਇਹ ਪਦ ਆਖਿਆ ਨਾ, ਮੂਰਖ ਸੱਚ ਨਾ ਜਾਣਨੀ, ਬਿਲਕੁਲ। ਮਨਮੁਖੀ ਜਨਮ ਗਵਾਇਆ, ਜੀ ਵਿੱਚ ਦੁਨੀਆ ਕਾਹੇ ਆਇਆ। ਕਾਹੇ ਆਇਆ। ਜੇ ਮੂਰਖ ਬੰਦੇ ਸੱਚ ਨੂੰ ਨਹੀਂ ਜਾਣਦੇ, ਸੱਚ ਨੂੰ ਨਹੀਂ ਸਮਝਦੇ, ਸੱਚ ਦੀ ਪਕੜ ਨਹੀਂ ਕਰਦੇ, ਔਰ ਸੱਚ ਕਿਹਾ ਜਾ ਰਿਹਾ ਹੈ, ਜੀ ਗੁਰੂ ਸੱਚ ਵਿਖਾਉਣਾ ਚਾਹੁੰਦੇ ਨੇ, ਗੁਰੂ ਸੱਚ ਨੂੰ ਦ੍ਰਿਸ਼ਟਮਾਨ ਕਰ ਰਹੇ ਨੇ ਤੇਰੇ ਸਨਮੁਖ, ਦੇਖ ਹੈ ਕੀ ਹੈ। ਲੇਕਿਨ ਬਾਵਜੂਦ ਹੁਣ ਫਿਰ ਇੱਕ ਸ਼ਬਦ ਗੁਰੂ ਸਾਹਿਬ ਨੇ ਵਰਤਿਆ, ਇੱਕ ਤਾਂ ਗੁਰੂ ਕੇ ਬਚਨ ਵੱਲੋਂ ਪਿੱਠ ਕਰ ਲਵੇ, ਜੀ ਤੇ ਦੂਜਾ ਆਪਣੀ ਮਤ ਇੰਨੀ ਹੀ ਅੱਗੇ ਕਰ ਲਵੇ, ਉਹਨੂੰ ਮੂਰਖ ਕਹਿਣਾ ਪੈ ਜਾਵੇ। ਜੀ ਤੇ ਹਜ਼ੂਰ ਕਹਿੰਦੇ ਨੇ ਮੂਰਖ ਸੱਚ ਨਾ ਜਾਣਨੀ, ਸੱਚ ਨਹੀਂ ਜਾਣਦੇ, ਸੱਚ ਨਹੀਂ ਜਾਣਿਆ, ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਮਨਮੁਖਾਂ ਨੇ ਇਸੇ ਤਰ੍ਹਾਂ ਹੀ ਆਪਣੇ ਜਨਮ ਨੂੰ, ਜੀਵਨ ਨੂੰ, ਸਾਰੇ ਨੂੰ ਗਵਾ ਲਿਆ, ਜ਼ਾਇਆ ਗਵਾ ਲਿਆ, ਜ਼ਾਇਆ ਕਰ ਦਿੱਤਾ। ਬਿਲਕੁਲ ਬਿਲਕੁਲ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੌੜੀ ਦੇ ਆਰੰਭ ਚ ਆਖਿਆ, ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਜੀ ਜੀ ਕਰਤਾਰ ਸੱਚ ਤੂੰ ਹੈ। ਬਿਲਕੁਲ। ਔਰ ਨਾਲ ਸਤਿਗੁਰੂ ਇੱਕ ਹੋਰ ਗੱਲ ਵੀ ਕਹਿ ਰਹੇ ਨੇ, ਸੱਚ ਤੂੰ ਹੈ, ਲੇਕਿਨ ਤੂੰ ਇਹ ਵੀ ਕਮਾਲ ਕੀਤੀ ਹੈ ਕਿ ਜਗਤ ਵਿੱਚ ਵੀ ਸੱਚ ਵਰਤਾਤਾ ਸਾਰਾ। ਬਿਲਕੁਲ। ਇੱਕ ਦਫਾ ਆਖਿਓ ਨੇ, ਨਾਨਕ ਸੱਚ ਦਾ ਤਾਰ, ਸਨਾਖਤ ਕੁਦਰਤੀ। ਉਹ ਜਿਹੜਾ ਸੱਚ ਦਾ ਤਾਰ ਹੈ ਨਾ, ਜੇ ਉਸ ਨੂੰ ਕਿਸੇ ਨੇ ਵੇਖਣਾ ਹੋਵੇ ਤਾਂ ਕਿੱਥੇ ਵੇਖਿਆ ਜਾ ਸਕਦਾ ਹੈ? ਕੁਦਰਤੀ ਭਾਵ ਕੁਦਰਤ ਵਿੱਚ। ਜੀ ਉਹਦੀ ਸਨਾਖਤ ਤੋਂ ਭਾਵ ਹੈ ਸ਼ਨਾਖਤ, ਪਛਾਣ। ਉਸ ਨੂੰ ਵੇਖਿਆ ਜਾਣਾ ਹੋਵੇ ਤੇ ਕਿੱਥੇ ਵੇਖਿਆ ਜਾ ਸਕਦਾ ਹੈ? ਸੱਚ ਕਰਤਾਰ ਨੂੰ ਵੇਖਿਆ ਜਾ ਸਕਦਾ ਹੈ, ਉਸ ਦੀ ਸੱਚ ਕੁਦਰਤ ਵਿੱਚ। ਕੁਦਰਤ ਕਰਕੇ ਵਸਿਆ ਸੋਏ। ਜੀ ਜੀ। ਸੱਚ ਸ਼ਬਦ ਦੀ ਮੈਂ ਥੋੜੀ ਜਿਹੀ ਵਿਆਖਿਆ ਹੋਰ ਕਰਦੇ ਹਾਂ, ਤਾਂ ਕਿ ਜਿਹੜੇ ਸ਼ਲੋਕਾਂ ਦਾ ਭਾਵ ਹੈ ਨਾ, ਉਹ ਸਾਡੇ ਜ਼ਿਹਨ ਵਿੱਚ ਟਿਕ ਜਾਏ। ਸੱਚ ਦਾ ਭਾਵ ਜਿਸ ਵੇਲੇ ਸਾਡੀ ਪਕੜ ਵਿੱਚ ਆ ਜਾਏ। ਜੀ। ਸੱਚ ਸ਼ਬਦ ਦਾ ਅਰਥ ਹੁੰਦਾ ਹੈ ਜੋ ਆਲਵੇਜ਼ ਐਗਜ਼ਿਸਟ ਕਰਦਾ ਹੈ, ਜੀ ਜੋ ਸਦਾ ਹੀ ਪ੍ਰੀਵੇਲ ਕਰਦਾ ਹੈ, ਸਦਾ ਹੀ ਜੀ ਜੀ ਐਗਜ਼ਿਸਟ ਕਰਦਾ ਹੈ। ਔਰ ਅਸੀਂ ਜਪ ਸਾਹਿਬ ਦੇ ਪਹਿਲੇ ਸ਼ਲੋਕ ਦਾ ਅਕਸਰ ਹੀ ਅਸੀਂ ਹਵਾਲਾ ਦੇ ਲਿਆ ਕਰਦੇ ਹਾਂ। ਉਹ ਸੱਚ ਕੌਣ ਹੈ? ਉਹ ਸੱਚ ਕੇਵਲ ਕਰਤਾਰ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸੱਚ ਐਸਾ ਸੱਚ ਹੈ। ਇਹ ਨਹੀਂ ਕਿ ਉਸ ਸੱਚ ਦਾ ਜਨਮ ਮੇਰੇ ਜਨਮ ਦੇ ਨਾਲ ਹੋਇਆ ਜਾਂ ਮੇਰੀ ਸਮਝ ਦੇ ਨਾਲ ਹੋਇਆ ਹੈ। ਇਹ ਨਹੀਂ ਕਿ ਉਸ ਸੱਚ ਦਾ ਜਨਮ ਮੇਰੇ ਬਾਪ ਦੇ ਜਨਮ ਦੇ ਨਾਲ ਹੋਇਆ। ਹਕੀਕਤ ਇਹ ਹੈ ਕਿ ਉਸ ਸੱਚ ਦਾ ਜਨਮ, ਉਹ ਸੱਚ ਉਦੋਂ ਵੀ ਸੀ ਜਦੋਂ ਮੈਂ ਵੀ ਨਹੀਂ ਸਾਂ, ਮੇਰਾ ਬਜ਼ੁਰਗ ਵੀ ਨਹੀਂ ਸੀ, ਉਸ ਦੇ ਬਜ਼ੁਰਗ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਜੀ ਜੀ। ਉਹ ਸੱਚ ਉਦੋਂ ਵੀ ਸੀ। ਜਦੋਂ ਸਾਡੀ ਗਿਣਤੀ ਮਿੰਤੀ ਕੈਲੰਡਰ ਕੁਝ ਸ਼ੁਰੂ ਹੋਏ ਨੇ, ਉਹ ਸੱਚ ਉਦੋਂ ਵੀ, ਉਸ ਤੋਂ ਪਹਿਲਾਂ ਵੀ ਸੀ। ਬਿਲਕੁਲ ਬਿਲਕੁਲ। ਔਰ ਫਿਰ ਸਾਹਿਬ ਕਹਿੰਦੇ ਨੇ ਅੱਜ ਵੀ ਹੈ ਐਂਡ ਫॉर ਆਲਵੇਜ਼। ਜਦੋਂ ਕਦੀ ਐਸਾ ਹੋਵੇਗਾ ਅਸੀਂ ਨਾ ਹੋਵਾਂਗੇ, ਸਾਡੇ ਵਾਜੇ ਵੱਜ ਚੁੱਕੇ ਹੋਣਗੇ, ਉਹ ਸੱਚ ਉਸ ਵੇਲੇ ਵੀ ਹੋਏਗਾ। ਜੀ। ਤਾਂ ਮੇਰਾ ਕਹਿਣ ਤੋਂ ਭਾਵ ਕੀ ਹੈ ਕਿ ਸੱਚ ਸ਼ਬਦ ਦਾ ਅਰਥ ਹੈ ਜਿਹੜਾ ਆਲਵੇਜ਼ ਐਗਜ਼ਿਸਟ ਕਰਦਾ ਹੈ, ਜੋ ਸਦਾ ਹੁੰਦਾ ਹੈ। ਜਿੱਥੇ ਉਹ ਸਦਾ ਹੁੰਦਾ ਹੈ, ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 10 ਪਾਤਸ਼ਾਹੀਆਂ ਦਾ ਇੱਕ ਮਹਾਨ ਉਪਰਾਲਾ, ਇੱਕ ਮਹਾਨ ਇਹ ਯਤਨ ਜੀ ਕਿ ਮਨੁੱਖ ਨੂੰ ਸੱਚ ਦੇ ਨਾਲ ਜੋੜਿਆ ਜਾਵੇ। ਜੀ ਜੀ। ਇਹ ਉਹਨਾਂ ਦਾ ਮਹਾਨ ਉਪਰਾਲਾ ਹੈ। ਜੀ। ਔਰ ਉਹਨਾਂ ਨੇ ਕਈ ਪੱਖਾਂ ਤੋਂ ਧਿਆਨ ਦਿਵਾਉਂਦਿਆਂ ਹੋਇਆਂ ਆਖਿਆ, ਯਾਦ ਰੱਖਿਓ ਜੇ ਨਾ ਤਾਂ ਕੋਈ ਮਨੁੱਖ ਸੱਚ ਹੈ, ਜੋ ਆਇਆ ਸੋ ਚੱਲ ਸੀ। ਬਿਲਕੁਲ। ਇਹ ਬਾਤ ਨਾ ਪੰਜ ਤੱਤਾਂ ਦੇ ਵਿੱਚੋਂ ਕੁਝ ਸੱਚ ਹੈ। ਕਟੰਤ ਰੂਪੰ, ਕਟੰਤ ਦੀਪੰ, ਕਟੰਤ ਰਵ ਸਸਿਰ, ਨਖਤਰ ਗਗਨ, ਕਟੰਤ ਬਸੁੱਧਾ, ਗਿਰਤਰ ਸੇ ਖੰਡੰ, ਕਟੰਤ ਲਲਣਾ, ਸੁਤ ਭਰਾਤ ਹੀਤੰ। ਨਾ ਧਰਤੀ ਦਾ ਪੂਜਨ ਕਰਨ ਵਾਲੇ ਵੀ ਧਿਆਨ ਰੱਖਣ ਸੱਚ, ਇਹ ਵੀ ਨਹੀਂ, ਇਹ ਵੀ ਘਟ ਰਿਹਾ ਹੈ। ਜੀ। ਸੂਰਜ ਦਾ ਮੱਥੇ ਟੇਕਣ ਵਾਲੇ, ਨਮਸਕਾਰਾਂ ਕਰਨ ਵਾਲੇ ਧਿਆਨ ਰੱਖਣ,
ਸੱਚ ਇਹ ਵੀ ਨਹੀਂ ਹੈ, ਚੰਦਰਮਾ ਵੀ ਸੱਚ ਨਹੀਂ ਹੈ, ਪਾਣੀ ਦੀ ਪੂਜਾ ਕਰਨ ਵਾਲੇ ਧਿਆਨ ਰੱਖਣ ਇਹ ਵੀ ਸੱਚ ਨਹੀਂ ਹੈ। ਸੁੱਕ ਰਿਹਾ ਹੈ, ਘਟ ਰਿਹਾ ਹੈ। ਔਰ ਯਾਦ ਰੱਖਣ ਵਾਲੀ ਗੱਲ ਹੈ, ਜੋ ਘਟੇਗਾ ਉਹ ਮੁੱਕੇਗਾ, ਉਸ ਦੀ ਹੋਂਦ ਖਤਮ ਹੋਏਗੀ। ਜੀ ਜੀ। ਤਾਂ ਫਿਰ ਸੱਚ ਕੌਣ ਹੈ? ਹਜ਼ੂਰ ਨੇ ਆਖਿਆ, ਗੁਰੂ ਨਾਨਕ ਸਾਹਿਬ ਨੇ, ਮਨੁੱਖ ਵੀ ਸੱਚ ਨਹੀਂ, ਵਨਸਪਤੀ ਵੀ ਸੱਚ ਨਹੀਂ, ਪੰਜੇ ਤੱਤ ਵੀ ਸੱਚ ਨਹੀਂ। ਸੱਚ ਹੈ ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਕਰਤਾਰ ਆਪ। ਬਿਲਕੁਲ ਕਾਦਰ। ਸੱਚ ਉਹ ਹੈ ਜਿਹੜਾ ਇਹਨਾਂ ਸਭ ਕੁਝ ਨੂੰ ਪੈਦਾ ਕਰਨ ਵਾਲਾ ਕਰਤਾਰ ਆਪ ਹੈ। ਤੁਹਾਨੂੰ ਯਾਦ ਹੋਏਗਾ, ਸਰੋਤਿਆਂ ਸਾਰਿਆਂ ਨੂੰ ਚੇਤੇ ਰੱਖ ਲੈਣਾ ਚਾਹੀਦਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲੀ ਪੌੜੀ ਵਿੱਚ ਇਹ ਬਚਨ ਕੀਤਾ ਸੀ, ਆਪੀ ਨੇ ਆਪ ਸਾਜਿਓ। ਉਸ ਨੂੰ ਕਿਸੇ ਨੇ ਨਹੀਂ ਸਾਜਿਆ, ਉਸ ਨੂੰ ਕਿਸੇ ਨੇ ਨਹੀਂ ਬਣਾਇਆ, ਉਸ ਦੀ ਸਾਜਨਾ ਆਪਣੇ ਆਪ ਤੋਂ ਹੈ। ਜੀ ਜੀ। ਇਸ ਲਈ ਅਸੀਂ ਸਵੰਭੂ ਵੀ ਸ਼ਬਦ ਵਰਤਦੇ ਹਾਂ, ਸਹਿਬੰਗ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ। ਤੇ ਆਪਣੀ ਜਿਹੜੀ ਆਪਣਾ ਨਾਮਨਾ, ਆਪਣੀ ਵਡਿਆਈ, ਇਹ ਉਹਦੀਆਂ ਵਡਿਆਈਆਂ ਨੇ। ਕਿਹੜੀਆਂ ਵਡਿਆਈਆਂ ਨੇ? ਇਹ ਸਾਰਾ ਖੰਡ ਬ੍ਰਹਿਮੰਡ। ਜੀ ਜੀ ਬਿਲਕੁਲ ਬਿਲਕੁਲ। ਦੱਸ ਸਕੋਗੇ ਕਿਤਨੀਆਂ ਗੈਲੈਕਸੀਜ਼ ਨੇ? ਹਾਊ ਮੈਨੀ ਗੈਲੈਕਸੀਜ਼ ਆਰ देयर? ਬਿਲਕੁਲ ਨਹੀਂ ਦੱਸ ਸਕਦੇ। ਨੋਬਡੀ ਨੋਸ। ਬਿਲਕੁਲ। ਅਸੀਂ ਅਜੇ ਦੇਖ ਰਹੇ ਹਾਂ, ਸਾਡੇ ਸਾਇੰਸਦਾਨ ਕੁਝ ਨਾ ਕੁਝ ਲੱਭ ਰਹੇ ਨੇ। ਜੀ ਜੀ। ਨਿਤ ਆਖਦੇ ਨੇ ਪਹਿਲਾਂ ਇੰਨੇ ਪਲਾਨਟ ਸਨ, ਹੁਣ ਇੰਨੇ ਪਲਾਨਟਸ ਹੋ ਗਏ ਨੇ। ਕੀ ਬਸ ਹੋ ਗਈ ਹੈ, ਮੁੱਕ ਗਿਆ ਹੈ? ਨਹੀਂ, ਇਹ ਸਾਰਾ ਕੁਝ ਖੰਡ ਬ੍ਰਹਿਮੰਡ ਜਿਹੜੇ ਬਣਾਏ ਨੇ। ਫਿਰ ਖੰਡਾਂ ਬ੍ਰਹਿਮੰਡਾਂ ਵਿੱਚ ਵਸਣ ਵਾਲੇ ਜੀ। ਜੀ। ਅਸੀਂ ਅੱਜ ਕਹਿੰਦੇ ਆ ਕੁਝ ਐਸਾ ਵੇਖਿਆ ਗਿਆ, ਕੀ ਉਸ ਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ, ਜਿਹੜਾ ਏਲੀਅਨਸ। ਹਾਂਜੀ। ਉਹ ਏਲੀਅਨਸ ਕਿੱਥੋਂ ਆ ਗਏ? ਜੀ। ਸਾਡੀ ਪਛਾਣ ਵਿੱਚ ਭਾਵੇਂ ਨਹੀਂ ਆਉਂਦੇ, ਸਾਡੇ ਨਾਲ ਕਿਉਂਕਿ ਰਲਦੇ ਨਹੀਂ। ਜੀ ਜੀ। ਪਰ ਅਸੀਂ ਸਮਝਣ ਲੱਗ ਪਏ ਵੀ ਇਹ ਕਿਤੋਂ ਨਾ ਕਿਤੋਂ ਆਏ ਨੇ। ਜੀ ਜੀ ਬਿਲਕੁਲ। ਜੇ ਅਸੀਂ 5 ਤੱਤਾਂ ਦੇ ਹੋ ਸਕਦੇ, 4 ਤੱਤਾਂ ਦੇ ਹੋਣ। ਬਿਲਕੁਲ ਬਿਲਕੁਲ ਗਿਆਨੀ ਜੀ, ਸਮੇਂ ਦੀ ਬੜੀ ਘਾਟ ਹੈ, ਬਸ ਅੰਤ ਵਿੱਚ 1 ਮਿੰਟ ਬਚਿਆ ਸਾਡੇ ਕੋਲੇ, ਸੰਖੇਪ ਮੈਂ ਸਮਾਪਤੀ ਕਰ ਦਿੰਦਾ। ਜੀ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਸੱਚਾ ਸਾਹਿਬ ਏਕ ਤੂੰ, ਸੱਚ ਤੂੰ ਹੈ ਪਰਮੇਸ਼ਰ, ਜਿਨ ਸੱਚੋ ਸੱਚ ਵਰਤਾਇਆ। ਜਿਹੜਾ ਇਹ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਬਣਾਈ ਹੈ, ਇਹ ਵੀ ਸੱਚ ਹੈ। ਜੀ। ਇੰਡੀਵਿਜੂਅਲੀ ਮਨੁੱਖ ਮਰ ਰਹੇ ਨੇ, ਚੀਜ਼ ਟੁੱਟ ਰਹੀ ਹੈ, ਮੁੱਕ ਰਹੀ ਹੈ, ਲੇਕਿਨ ਪ੍ਰਵਾਹ ਉਵੇਂ ਹੀ ਨਿਰੰਤਰ ਹੈ। ਜੀ ਜੀ। ਸੱਚੋ ਸੱਚ ਵਰਤਾਇਆ। ਨਾਲ ਕਹਿੰਦਾ, ਜਿਸ ਤੂੰ ਦੇ ਤਿਸ ਮਿਲੈ ਸੱਚ, ਤਾਂ ਤਿਨੀ ਸੱਚ ਕਮਾਇਆ। ਇਸ ਲਈ ਗੁਰੂ ਪ੍ਰਸਾਦ ਆਖਿਆ, ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋਵੇ, ਉਹ ਇਸ ਸੱਚ ਨੂੰ ਜਾਣਦੇ ਨੇ। ਫਿਰ ਕਹਿੰਦੇ ਨੇ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਾ ਹਿਰਦੈ ਸੱਚ ਵਸਾਇਆ। ਕਿਸ ਕੋਲੋਂ ਪ੍ਰਾਪਤ ਹੁੰਦਾ? ਸਿੱਖੀ ਮੰਡਲ ਵਿੱਚ ਗੁਰੂ ਪਰਮੇਸ਼ਰ ਦੇ ਪਾਸੋਂ ਇਹ ਸੱਚ ਪ੍ਰਾਪਤ ਹੁੰਦਾ ਹੈ। ਹਾਂ, ਕੁਝ ਭੁੱਲੜ ਲੋਕ, ਬੇਧਿਆਨੇ ਲੋਕ, ਮੂਰਖ ਲੋਕ, ਗੁਰੂ ਕੇ ਕਹਾਉਣ ਵਾਲੇ ਪਰ ਮਨਮੁਖ ਲੋਕ, ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਤੇ ਹਜ਼ੂਰ ਨੂੰ ਅੰਤ ਵਿੱਚ ਫਿਰ ਕਹਿਣਾ ਪੈ ਗਿਆ, ਵਿੱਚ ਦੁਨੀਆ ਕਾਹੇ ਆਇਆ। ਜੀ ਬਿਲਕੁਲ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਐਵੇਂ ਆਖਿਆ ਸੀ, ਕਹਿਣ ਲੱਗੇ, ਇਹ ਸੱਚ ਸਭਨਾ ਕਾ ਖਸਮ ਹੈ। ਕੋਈ ਇਸ ਤੋਂ ਇਨਕਾਰੀ ਹੋਵੇ, ਮੁਨਕਰ ਹੋ ਜਾਏ, ਕਹਿੰਦੇ ਨੇ ਨਹੀਂ, ਇਹ ਸੱਚ ਸਭਨਾ ਕਾ ਖਸਮ ਹੈ। ਕਹਿੰਦੇ ਨੇ ਨਾਲ ਇਹ ਵੀ ਗੱਲ ਠੀਕ ਹੈ, ਜਿਸ ਬਖਸ਼ੇ ਸੋ ਜਨ ਭਾਵ ਹੈ। ਬਿਲਕੁਲ 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 ਗਿਆਨੀ ਜੀ। ਸੋ ਅੱਜ ਇਸ ਪੌੜੀ ਦੀ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਵਿਆਖਿਆ ਕੀਤੀ ਹੈ। ਸੋ ਮੇਨ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਅੱਜ ਦੀ ਜੋ ਵਿਚਾਰ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦਾ, ਵਿੱਚ ਦੁਨੀਆ ਕਾਹੇ ਆਇਆ। ਔਰ ਇਹ ਜਿੰਨੇ ਵੀ ਅਸੀਂ ਸਰਵਣ ਕੀਤੀ ਹੈ ਅੱਜ ਦੀ ਕਥਾ, ਅੱਜ ਦੀ ਵਿਆਖਿਆ, ਸਭ ਇਹ ਜ਼ਰੂਰ ਸੋਚਣਗੇ ਔਰ ਇਹ ਜ਼ਰੂਰ ਸੋਚਣ ਦੀ ਲੋੜ ਹੈ। ਜੋ ਸੱਚ ਹੈ ਉਹ ਸਿਰਫ ਅਕਾਲ ਪੁਰਖ ਹੈ। ਸੋ ਅੱਜ ਦਾ ਧਰਮ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਗਿਆਨੀ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ। ਦੱਸ ਦਈਏ ਕਿ ਕੱਲ ਨੂੰ ਵੀ ਸਾਡੇ ਨਾਲ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਇਸੇ ਤਰ੍ਹਾਂ ਜੁੜੇ ਰਹਿਣਗੇ ਪ੍ਰੋਗਰਾਮ ਏਕ ਓਂਕਾਰ ਦੇ ਵਿੱਚ। ਬਖਸ਼ੋ ਆ ਗਿਆ, ਹੁਣ ਵੇਲਾ ਹੋ ਗਿਆ ਹੈ ਅੱਜ ਦੀ ਕਥਾ ਸਰਵਣ ਕਰਨ ਦਾ। ਰੱਬ ਰਾਖਾ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।